हाँ जी स्टूडेंट्स, ਆਪਾਂ ऑनलाइन क्लास ਦੇ ਵਿੱਚ इंश्योरेंस तक पढ़ लिया ਸੀਗਾ। ਆਪਾਂ टाइप्स ऑफ बिजनेस सर्विसेज पढ़ रहे हैं। बिजनेस ਦੇ ਵਿੱਚ ਜਿਹੜੀਆਂ सर्विसेज ਨੇ ਉਹਨੂੰ ਆਪਾਂ ਕਿਵੇਂ ਕੈਟੇਗਰਾਈਜ਼ ਕਰ ਸਕਦੇ ਹਾਂ। 6th ਤੱਕ ਸੀਗੀ इंश्योरेंस। 7th हैगी अंडर राइटिंग। अंडर राइटिंग एक इस तरह का अग्रीमेंट ਹੁੰਦਾ बिटवीन एक कंपनी ਜਿਹੜੀ ਕਿ शेयर जारी करती है एंड एक स्पैशलाइज्ड फाइनेंशियल एजेंसी ਦੇ ਵਿਚਕਾਰ ਜਿਹੜੀ ਕਿ ਏਜੰਸੀ ਨੂੰ ਅਸੀਂ अंडर राइटर बोलते हैं। अंडर राइटर एक परसन ਨੂੰ ਕਿਹਾ ਜਾਂਦਾ ਜਿਹੜਾ ਰਿਸਪੌਂਸਿਬਿਲਟੀ ਲੈਂਦਾ ਸ਼ੇਅਰਸ ਨੂੰ ਵੇਚਣ ਦੀ। ठीक है, एक स्पैसीफाइड ਜਾਂ एक पर्टिकुलर नंबर ऑफ शेयर्स ਨੂੰ ਜਾਂ ਡਿਬੈਂਚਰਸ ਨੂੰ ਕਿਸੇ ਕੰਪਨੀ ਦਿਆਂ ਨੂੰ ਵੇਚਣ ਦੀ ਰਿਸਪੌਂਸਿਬਿਲਟੀ ਜ਼ਿੰਮੇਵਾਰੀ ਲੈਂਦੇ ਆ। ठीक है, इफ सम शेयर्स और डिबेंचर्स आर नॉट सबसक्राइब बाय द पब्लिक। ਹੁਣ ਸਪੋਜ਼ ਕਰ ਲਓ ਇੱਕ ਅੰਡਰ ਰਾਈਟਿੰਗ ਏਜੰਸੀ ਸੀਗੀ, ਉਹਨਾਂ ਨੇ ਕਿਸੇ ਕੰਪਨੀ ਦੇ 1000 ਸ਼ੇਅਰਸ ਨੂੰ ਸੈੱਲ ਕਰਨ ਦੀ ਰਿਸਪੌਂਸਿਬਿਲਟੀ ਲਈ, ਬਟ ਜਿਹੜੇ ਪਬਲਿਕ ਆ ਉਹਨਾਂ ਨੇ ਕੀ ਕੀਤਾ, ओनली 700 शेयर्स ही खरीदे, 300 बच के पिछे। सो ही हैज़ टू टेक ऑल द अनसबसक्राइब्ड शेयर्स और डिवेंचर्स। जिहड़े शेयर्स नूं ओह नहीं वेच पाए, मतलब 300 शेयर जिहड़े बच गए सीगे, ओह जिहड़ी अंडर राइटिंग एजेंसी है उन्होंने खुद खरीदने पैणगे। फॉर दिस वर्क अंडर राइटर्स गैट आ फिक्सड रेट ऑफ कमीशन। सो इस तरह के काम के लिए जिहड़े अंडर राइटर्स ने उन्होंने एक फिक्सड कमीशन मिलता है। नैक्सट जिहड़ा इहदे विच टाइप है वो है अपने को हायर परचेज एंड इंस्टॉलमेंट क्रेडिट। मोस्टली द बिजनेसमैन परचेज द एसैट्स बाय द वे ऑफ हायर परचेज एंड इंस्टॉलमेंट क्रेडिट। दो तरीके आ जिहदे नाल जिहड़े बिजनेसमैन लोग ने आप जिहड़ी संपत्ति है लाइक मशीनां वगैरह या टूल्स ने बिजनेस नाल रिलेटेड वो खरीदते हैं। एक दा नेम है हायर परचेज, एक दा है इंस्टॉलमेंट क्रेडिट। सब तो पहला आपां हायर परचेज सिस्टम देखते हैं। अंडर हायर परचेज सिस्टम only possession of goods is passed on to the buyer. Buyer makes the payments in installments and on the payment of last installment the ownership of the goods passes on to the buyer. In case buyer makes defaults in the payment, then seller has a right to take the possession of the goods. ਧਿਆਨ ਨਾਲ ਸੁਣ ਲਓ ਇਹਨੂੰ। ਇਹਦੇ ਵਿੱਚ ਕੀ ਆ, ਇੱਕ ਪਰਸਨ ਆ, ਉਹ ਜਿਵੇਂ ਮੰਨ ਲਓ ਕੋਈ ਬਹੁਤ ਵੱਡੀ ਮਸ਼ੀਨ ਸੀਗੀ, ਠੀਕ ਆ, ਜਾਂ ਕੰਬਾਈਨ ਕਹਿ ਲਓ, ਜਾਂ ਕਹਿ ਦਈਏ ਉਹਦੇ ਕੰਮ 'ਚ ਆਉਣ ਵਾਲੀ ਬਹੁਤ ਵੱਡੀ ਕੋਈ ਮਸ਼ੀਨ ਆ ਪਲਾਂਟ ਦੇ ਵਿੱਚ, ਉਹਨੇ ਹਾਇਰ ਪਰਚੇਸ 'ਤੇ ਖਰੀਦ ਲਈ। ਠੀਕ ਆ, ਹੁਣ ਜਿਹੜਾ ਪਰਸਨ ਬਾਏ ਕਰਕੇ ਲੈ ਕੇ ਆਇਆ ਉਹ ਕਿਸ਼ਤਾਂ ਦੇ ਵਿੱਚ ਉਹਦੇ ਪੈਸੇ ਦੇ ਰਿਹਾ ਵਾ। ਜਿੱਦਣ ਉਹ ਲਾਸਟ ਇੰਸਟਾਲਮੈਂਟ ਪੇ ਕਰੂਗਾ ਉਦਣ ਹੀ ਉਹ ਉਸ ਚੀਜ਼ ਦਾ ਮਾਲਕ ਬਣ ਸਕਦਾ ਵਾ। ਠੀਕ ਆ, ਜੇ ਮੰਨ ਲਓ ਉਹ ਅੱਧੀਆਂ ਕੁ ਕਿਸ਼ਤਾਂ ਉਹਨੇ ਦੇਤੀਆਂ, ਅੱਧੀਆਂ ਰਹਿ ਗਈਆਂ, ਬਾਕੀ ਪੇਮੈਂਟ ਨਹੀਂ ਕਰ ਸਕਿਆ, ਤਾਂ ਜਿਹੜੀ ਕੰਪਨੀ ਨੇ ਉਹ ਐਸੈਟ ਉਹਨਾਂ ਨੂੰ ਦਿੱਤਾ ਸੀ ਉਹ ਕੰਪਨੀ ਉਹ ਐਸੈਟ ਨੂੰ ਵਾਪਸ ਲੈ ਜੂਗੀ, ਮਤਲਬ ਉਹਦੀ ਪੋਜੈਸ਼ਨ ਆਪ ਵਾਪਸ ਲੈ ਜੂਗੀ। ਠੀਕ ਆ, ਸੋ ਸੈਲਰ ਦੇ ਕੋਲੇ ਮਤਲਬ ਵੇਚਣ ਵਾਲੇ ਦੇ ਕੋਲੇ ਅਧਿਕਾਰ ਹੁੰਦਾ ਵੀ ਜਿਹੜਾ ਬਾਇਰ ਆ ਮੂਹਰਲਾ, ਜੇ ਉਹ ਸਾਰੀਆਂ ਪੇਮੈਂਟਸ ਨਾ ਕਰੇ ਤਾਂ ਇਹ ਆਪਦਾ ਸਮਾਨ ਵਾਪਸ ਲੈ ਜਾਂਦੇ ਹੁੰਦੇ ਆ। ਠੀਕ ਆ, ਸੋ ਓਨਰਸ਼ਿਪ ਉਦੋਂ ਹੀ ਮਿਲਦੀ ਆ ਕਿਸੇ ਵੀ ਬਾਇਰ ਨੂੰ ਜਦੋਂ ਉਹ ਲਾਸਟ ਪੇਮੈਂਟ ਕਰ ਦਿੰਦਾ, ਮਤਲਬ ਲਾਸਟ ਇੰਸਟਾਲਮੈਂਟ ਜਾਂ ਲਾਸਟ ਕਿਸ਼ਤ ਭਰ ਦਿੰਦਾ ਉਹ ਚੀਜ਼ ਦੀ। ਅੱਗੇ ਦਾ ਵਿੱਚ ਹੈ ਇੰਸਟਾਲਮੈਂਟ ਕ੍ਰੈਡਿਟ। ਅੰਡਰ ਇੰਸਟਾਲਮੈਂਟ ਕ੍ਰੈਡਿਟ ਬੋਥ ਓਨਰਸ਼ਿਪ ਐਂਡ ਪੋਜੈਸ਼ਨ ਆਫ ਦਾ ਗੁਡਸ ਇਜ਼ ਟਰਾਂਸਫਰ ਟੂ ਦਾ ਬਾਇਰ। ਇੰਸਟਾਲਮੈਂਟ ਕ੍ਰੈਡਿਟ ਸਿਸਟਮ ਉਹ ਸਿਸਟਮ ਹੁੰਦਾ ਜਿਹਦੇ ਵਿੱਚ ਓਨਰਸ਼ਿਪ ਅਤੇ ਪੋਜੈਸ਼ਨ, ਮਤਲਬ ਮਾਲਕ ਵੀ ਅਸੀਂ ਉਹ ਚੀਜ਼ ਦੇ ਬਣ ਜਾਂਦੇ ਹਾਂ ਅਤੇ ਸਾਡੇ ਕੋਲ ਉਹ ਚੀਜ਼ ਆ ਵੀ ਜਾਂਦੀ ਆ, ਉਹ ਸਾਨੂੰ ਬਾਇਰ ਨੂੰ ਟਰਾਂਸਫਰ ਹੁੰਦੀ ਹੈ। ਠੀਕ ਆ, ਬਾਇਰ ਮੇਕਸ ਪੇਮੈਂਟਸ ਇਨ ਸਟਿਪੂਲੇਟਡ ਇੰਸਟਾਲਮੈਂਟ ਇਨ ਕੇਸ। ਹੁਣ ਸਟਿਪੂਲੇਟਡ ਇੰਸਟਾਲਮੈਂਟ ਹੁੰਦਾ ਇੱਕ ਸਪੈਸੀਫਾਈਡ ਅਮਾਊਂਟ, ਮਤਲਬ 5-5 ਜਾਂ 2-3 ਹਜ਼ਾਰ ਦੀ ਕਿਸ਼ਤ ਉਹ ਜਿਵੇਂ ਮਹੀਨੇ ਬਾਅਦ ਜਾਂ 2 ਮਹੀਨੇ ਬਾਅਦ ਭਰੀ ਜਾਂਦਾ ਵਾ ਜਿਹੜਾ ਬਾਇਰ ਹੁੰਦਾ ਵਾ। ਇਨ ਕੇਸ ਬਾਇਰ ਮੇਕਸ ਡਿਫਾਲਟ ਇਨ ਪੇਮੈਂਟਸ, ਮੰਨ ਲਓ ਜਿਹੜਾ ਬਾਇਰ ਆ ਉਹ ਤੋਂ ਪੇਮੈਂਟਸ ਹੋਈਆਂ ਨਹੀਂ, ਜਿਹੜੀਆਂ ਬਾਕੀ ਕਿਸ਼ਤਾਂ ਰਹਿੰਦੀਆਂ ਸੀ ਭਰੀਆਂ ਨਹੀਂ ਗਈਆਂ, ਦੈਨ ਸੈਲਰ ਹੈਜ਼ ਰਾਈਟ ਓਨਲੀ ਟੂ ਕਲੇਮ ਦਾ ਅਨਪੇਡ ਇੰਸਟਾਲਮੈਂਟ। ਬਟ ਜਿਹੜਾ ਹੁਣ ਸੈਲਰ ਸੀਗਾ ਜਿਹਨੇ ਆਪਾਂ ਨੂੰ ਸਮਾਨ ਵੇਚਿਆ ਸੀ, ਕੋਈ ਮਸ਼ੀਨ ਦਿੱਤੀ ਸੀਗੀ, ਉਹਦੇ ਕੋਲ ਇੰਨਾ ਹੀ ਅਧਿਕਾਰ ਆ ਵੀ ਉਹ ਅਨਪੇਡ ਇੰਸਟਾਲਮੈਂਟ ਦੀ ਡਿਮਾਂਡ ਕਰ ਸਕਦਾ ਵੀ ਮੇਰੀਆਂ ਕਿਸ਼ਤਾਂ ਦਿਓ ਤੁਸੀਂ, ਬਟ ਹੀ ਕੈਨ ਨਾਟ ਟੇਕ ਦਾ ਗੁਡਸ ਬੈਕ। ਬਟ ਜਿਹੜੀ ਚੀਜ਼ ਸਾਨੂੰ ਉਹ ਦੇ ਚੁੱਕਿਆ ਉਹ ਗੁਡਸ ਨੂੰ ਉਹ ਬੈਕ ਨਹੀਂ ਲੈ ਸਕਦਾ। ਸੋ ਜਿਹੜਾ ਇੰਸਟਾਲਮੈਂਟ ਕ੍ਰੈਡਿਟ ਹੁੰਦਾ ਅਤੇ ਜਿਹੜਾ ਹਾਇਰ ਪਰਚੇਜ਼ ਹੁੰਦਾ, ਇਹਨਾਂ ਦੋਨੋਂ 'ਚ ਇਹੀ ਫਰਕ ਆ। ਹਾਇਰ ਪਰਚੇਜ਼ ਦੇ ਵਿੱਚ ਜੇ ਕਿਸ਼ਤਾਂ ਨਹੀਂ ਮੋੜੀਆਂ ਗਈਆਂ, ਹਾਇਰ ਪਰਚੇਜ਼ 'ਚ ਉਹ ਕੀ ਕਰਦੇ ਆ, ਉਹ ਸਮਾਨ ਹੀ ਵਾਪਸ ਲੈ ਜਾਂਦੇ ਆ ਆਪਦੇ ਕੋਲੇ, ਉਹ ਕੰਪਨੀ ਵਾਲੇ ਜਿਨ੍ਹਾਂ ਤੋਂ ਅਸੀਂ ਖਰੀਦਿਆ ਸੀ। ਜਦ ਕਿ ਜਿਹੜਾ ਇੰਸਟਾਲਮੈਂਟ ਕ੍ਰੈਡਿਟ ਆ ਇਹਦੇ ਵਿੱਚ ਕੀ ਹੁੰਦਾ ਵਾ, ਸਾਤੋਂ ਜਿਹੜੀਆਂ ਅਨਪੇਡ ਕਿਸ਼ਤਾਂ ਉਹ ਤਾਂ ਮੰਗ ਸਕਦੇ ਆ, ਬਟ ਸਾਡਾ ਸਮਾਨ ਵਾਪਸ ਨਹੀਂ ਲਿਜਾ ਸਕਦੇ ਇਹ ਸਿਸਟਮ ਦੇ ਵਿੱਚ। ਬੋਥ ਦੀਜ਼ ਸਿਸਟਮਸ ਹੈਲਪ ਇਨ ਡਿਵੈਲਪਮੈਂਟ ਆਫ ਟ੍ਰੇਡ ਐਂਡ ਇੰਡਸਟਰੀ। ਸੋ ਇਹ ਦੋਨੇ ਸਿਸਟਮ ਨੇ ਜਿਹੜੇ ਬਿਜ਼ਨਸਮੈਨ ਲੋਕ ਯੂਜ਼ ਕਰਦੇ ਆ ਅਤੇ ਇਹਦੇ ਨਾਲ ਜਿਹੜੇ ਵਪਾਰ ਅਤੇ ਸਾਡੇ ਉਦਯੋਗ ਦੀ ਡਿਵੈਲਪਮੈਂਟ ਹੁੰਦੀ ਆ। ਲਾਸਟ ਆਪਣਾ ਇਹਦੇ ਵਿੱਚ ਹੈ ਜੀ ਟਾਈਪ ਡੀਮੈਟ ਸਰਵਿਸਿਜ਼। ਇਹਨੂੰ ਡਿਪੋਜ਼ਿਟਰੀਜ਼ ਵੀ ਬੋਲਦੇ ਆ।
ਡੀਮੈਟ ਸਰਵਿਸ हैज़ बीन डिवेलप्ड फॉर होल्डिंग द शेयर्स इन इनटैंजिबल फॉर्म। टैंजिबल हुंदा जिन्हों आप टच कर सकते हैं, इनटैंजिबल जिन्हों आप टच नहीं कर सकते। ठीक है, सो डीमैट सर्विस एक इदां दी सर्विस है जिहड़ी कि शेयर्स नूं इनटैंजिबल फॉर्म च रखण लई बनाई गई आ। अर्लीयर द बायर्स ऑफ द शेयर्स और डिवेंचर्स होल्ड द शेयर सर्टिफिकेट इन टैंजिबल फॉर्म। ਪਹਿਲਾਂ ਵਾਲੇ ਸਮਿਆਂ 'ਚ ਕੀ ਹੁੰਦਾ ਸੀ, ਜਿਹੜੇ ਪਰਸਨ ਨੇ ਕਿਸੇ ਕੰਪਨੀ ਦੇ ਸ਼ੇਅਰ ਜਾਂ ਡਿਬੈਂਚਰ ਖਰੀਦੇ ਹੁੰਦੇ ਸੀਗੇ, ਉਹ ਕੀ ਕਰਦੇ ਸੀ, ਉਹਨਾਂ ਨੂੰ ਸਰਟੀਫਿਕੇਟ ਮਿਲਦਾ ਹੁੰਦਾ ਸੀ ਤਾਂ ਉਹਨੂੰ ਟੈਂਜੀਬਲ ਫਾਰਮ 'ਚ ਸਰਟੀਫਿਕੇਟ ਰੱਖਦੇ ਸੀ। ਸਰਟੀਫਿਕੇਟ ਦੇ ਉੱਪਰ ਮੈਂਸ਼ਨ ਹੁੰਦਾ ਸੀ ਵੀ ਆਹ ਪਰਸਨ ਦੇ ਨਾਮ ਦੇ ਉੱਪਰ ਇੰਨੇ ਆਹ ਕੰਪਨੀ ਦੇ ਸ਼ੇਅਰ ਆ, ਇੰਨੀ ਅਮਾਊਂਟ ਦੇ। ਦੀ ਸ਼ੇਅਰ ਸਰਟੀਫਿਕੇਟ ਵਰ इंडिकेटिंग द नंबर ऑफ शेयर्स डिवेंचर्स अलॉटेड टू द सबसक्राइबर। ये सर्टिफिकेट के उपर लिखा हुंदा सी भी किन्ने शेयर्स या किन्ने डिवेंचर जिहड़े ने खरीददार नूं मिले हुए ने, मतलब जिहड़े परसन ने पैसा किसी कंपनी च लगाया होया है उन्होंने किन्ने शेयर मिले हुए हैं। इन केस ऑफ सेल ऑफ शेयर्स और डिवेंचर्स the buyer had to send back these certificates to the company for transferring them to his name। सो ਇਹਦੇ ਵਿੱਚ ਕੀ ਹੁੰਦਾ ਸੀ, ਜੇ ਕਿਸੇ ਪਰਸਨ ਨੇ ਆਪਦੇ ਸ਼ੇਅਰ ਜਾਂ ਡਿਬੈਂਚਰ ਵੇਚਣੇ ਹੁੰਦੇ ਸੀਗੇ ਵੀ ਮਤਲਬ ਆਪਦੀ ਹਿੱਸੇਦਾਰੀ ਕੱਢਣੀ ਹੁੰਦੀ ਸੀ ਕੰਪਨੀ 'ਚੋਂ, ਤਾਂ ਉਹ ਪਹਿਲਾਂ ਕੰਪਨੀ ਨੂੰ ਸਰਟੀਫਿਕੇਟ ਭੇਜਦਾ ਸੀਗਾ, ਫਿਰ ਉਹਦੇ ਨਾਮ ਤੋਂ ਟਰਾਂਸਫਰ ਹੁੰਦੇ ਸੀਗੇ। ਦਿਸ ਐਕਸਰਸਾਈਜ਼ ਇਨਵੋਲਵ ਅ ਲੋਟ ਆਫ ਟਾਈਮ ਐਂਡ ਰਿਸਕ। ਇਹਦੇ ਵਿੱਚ ਕਾफ़ੀ ਜ਼ਿਆਦਾ ਰਿਸਕ ਵੀ ਸੀਗਾ ਅਤੇ ਕਾफ़ੀ ਟਾਈਮ ਵੀ ਲੱਗਦਾ ਸੀ। ਬਟ ਨਾਓ ਦਿਸ ਸਿਸਟਮ ਹੈਜ਼ ਬੀਨ ਟੋਟਲੀ ਚੇਂਜ। ਬਟ ਹੁਣ ਇਹ ਸਿਸਟਮ ਬਿਲਕੁਲ ਹੀ ਚੇਂਜ ਹੋ ਚੁੱਕਿਆ ਵਾ। ਅ ਨਿਊ ਸਿਸਟਮ ਹੈਜ਼ ਬੀਨ ਇੰਟਰੋਡਿਊਸਡ ਵੇਅਰ ਬਾਏ ਦ ट्रांसफर एंड सैटलमेंट ऑफ स्क्रिप्ट्स टेक प्लेस थ्रू मॉडर्न सिस्टम और डिपॉजिटरी। अजकल एक नवा सिस्टम इंट्रोड्यूस किया गया जिहदे नाल एक परसन के नाम तो दूजे परसन के नाम ते ट्रांसफर स्क्रिप्ट्स बोलिया गया तो शेयर या डिवेंचर्स नूं। ठीक है जी, आपां सैटलमेंट भी आसानी नाल कर सकते हैं मॉडर्न सिस्टम दे विच। किहदे थ्रू? डिपॉजिटरी के थ्रू। मतलब जिवें हुण आपां एक आपदे बैंक के अकाउंट चों पैसे नहीं ट्रांसफर कर दिंदे, उवें यह एक बैंक वांगू ही अकाउंट हुंदा, उहदे च साडे शेयर शो हुंदे आ ते असीं आपदे नाम तो शेयर दूजे दे नाम ते ट्रांसफर अकाउंट दे विचों ही कर सकते हैं। The depositories are the forms wherein the securities of an investor are held in electronic or dematerialized form। मटीरियल हुंदा वैसे पदार्थ, ठीक है, डीमटीरियल मतलब जिहड़ा पदार्थ ना होवे। सो इलैक्ट्रॉनिक फॉर्म इन द सेंस कि अकाउंट दे विच जिवें साडे पैसे शो हुंदे हुंदे बैंक दे विच कंप्यूटर दे विच भी इन्ने लाख रुपया अकाउंट दे विच है, इहदे विच की है साडे अकाउंट दे विच शेयर शो हुंदे आ भी 10,000 शेयर ने आ परसन के नाम ते इन्नी अमाउंट दे ने। तो हुण इहदे लई कोई रिटर्न सर्टिफिकेट की लोड़ नहीं है, सीधा ही साडे नेम तो जिहड़े ईजीली ट्रांसफर किए जा सकते शेयर किसी होर परसन नूं। ठीक है, साडे अकाउंट दे विचों। सो दिस सिस्टम डज एलिमीनेट पेपर वर्क एंड फैसिलिटेट क्विक ऑटोमैटिक एंड ट्रांसपेरेंट ट्रेडिंग इन स्क्रिप्ट्स। सो ये वो सिस्टम आ जिहदे नाल काफ़ी पेपर वर्क एलिमीनेट हो गया वा, बहुत जल्दी तो ऑटोमैटिक ही ट्रांसपेरेंट मतलब साफ सुथरे तरीके दे नाल ट्रेडिंग की जा सकती है। स्क्रिप्ट्स मीनस शेयर्स और डिवेंचर्स की। ठीक है, हुण क्लासीफिकेशन एक बार फिर तो आपां देख लो, जिहड़ा सर्विस सैक्टर आ उहदे विच आंदे जे बैंकिंग, ट्रांसपोर्टेशन, एडवरटाइजिंग एंड सेल्स प्रमोशन, वेयरहाउसिंग एंड पैकिंग, बिल डिस्काउंटिंग, इनू डिस्काउंटिंग ऑफ बिल ऑफ एक्सचेंज भी बोलते हैं। नैक्सट है इंश्योरेंस, फिर है अंडरराइटिंग, नैक्सट हैगा हायर परचेज एंड इंस्टॉलमेंट क्रेडिट, लास्ट है डीमैट सर्विसेज। ठीक।